बच्चों अज असी 8th क्लास का SST का जो है वो सैकेंड चैप्टर करांगे। लैसन नंबर 2। लैसन नंबर 2 लैसन का नाम है कुदरती साधन। इस दे विच असी कुदरती साधना बारे इस चैप्टर के विच असी कुदरती साधना बारे पढ़ांगे। कुदरती साधन किहड़े हुंदे हन जो सानू कुदरत वल्लों प्राप्त होए हुंदे हन, जिवें भूमि, पानी, मिट्टी, बनस्पति अते खनिज पदार्थ आदि जो सानू कुदरत वल्लों मिले हन। कुदरती खजानिਆਂ ਨੂੰ ਕੁਦਰਤੀ ਸਾਧਨਾਂ ਦੇ ਨਾਂ ਦਾ ਨਾਂ ਦਿੱਤਾ ਜਾਂਦਾ ਹੈ। ਇਹ ਸਾਧਨ ਕਿਸੇ ਦੇਸ਼ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਅਖਵਾਉਂਦੇ ਹਨ। ਇਹ ਸਾਧਨ ਕਿਸੇ ਵੀ ਦੇਸ਼ ਦੀ ਤਾਕਤ ਅਤੇ ਖੁਸ਼ਹਾਲ ਦਾ ਆਧਾਰ ਮੰਨੇ ਜਾਂਦੇ ਹਨ। ਇਸ ਪੁਸਤਕ ਦੇ ਵਿੱਚ ਅਸੀਂ ਇਹਨਾਂ ਕੁਦਰਤੀ ਸਾਧਨਾਂ ਨੂੰ ਹੇਠ ਲਿਖੇ ਸਿਰਲੇਖਾਂ ਦੇ ਅਧੀਨ ਪੜਾਂਗੇ ਕਿ ਕੁਦਰਤੀ ਸਾਧਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਮਿੱਟੀ ਸਾਧਨ, ਲੈਂਡ ਰਿਸੋਰਸਿਸ, ਮਿੱਟੀ ਸਾਧਨ, ਸੋਇਲ ਸਾਧਨ, ਭੂਮੀ ਸਾਧਨ, ਲੈਂਡ ਰਿਸੋਰਸਿਸ, ਪਾਣੀ ਸਾਧਨ, ਵਾਟਰ ਰਿਸੋਰਸਿਸ, ਕੁਦਰਤੀ ਬਨਸਪਤੀ, ਨੈਚੁਰਲ ਵੈਜੀਟੇਸ਼ਨ, ਜੰਗਲੀ ਜੀਵ, ਵਾਈਲਡ ਲਾਈਫ, ਖਣਿਜ ਅਤੇ ਸ਼ਕਤੀ ਸਾਧਨ, ਮਿਨਰਲਸ ਐਂਡ ਐਨਰਜੀ ਰਿਸੋਰਸਿਸ। ਸਭ ਤੋਂ ਫਸਟ ਪੁਆਇੰਟ ਸਭ ਤੋਂ ਪਹਿਲਾਂ ਅਸੀਂ ਪੜਾਂਗੇ ਭੂਮੀ ਸਾਧਨ। ਸਮੇਂ ਦੇ ਆਰੰਭ ਤੋਂ ਹੀ ਮਨੁੱਖ ਆਪਣੀਆਂ ਜ਼ਰੂਰਤਾਂ ਕਰਕੇ ਭੂਮੀ ਦੀ ਵਰਤੋਂ ਕਰਦਾ ਆ ਰਿਹਾ ਹੈ। ਇਸ ਦੀ ਵਰਤੋਂ ਆਦਮੀ ਦੇ ਜੀਵਨ ਦੇ ਵਿੱਚ ਵਡਮੁੱਲਾ ਸਥਾਨ ਰੱਖਦੀ ਹੈ। ਇਨਸਾਨ ਭੂਮੀ 'ਤੇ ਹੀ ਰਹਿੰਦਾ ਹੈ ਅਤੇ ਆਪਣੀਆਂ ਹੋਰ ਸਾਰੀਆਂ ਕਿਰਿਆਵਾਂ ਭੂਮੀ 'ਤੇ ਹੀ ਕਰਦਾ ਹੈ। ਆਦਮੀ ਆਪਣੀਆਂ ਬਹੁਤ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਭੂਮੀ 'ਤੇ ਆਦਮੀ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਭੂਮੀ 'ਤੇ ਹੀ ਨਿਰਭਰ ਕਰਦੀਆਂ ਹਨ। ਇਸ ਭੂਮੀ ਨੂੰ ਮਨੁੱਖ ਆਪਣੀ ਆਰਥਿਕ ਜਾਂ ਸੱਭਿਆਚਾਰਕ ਕਿਰਿਆਵਾਂ ਵਾਸਤੇ ਵਰਤੋਂ ਵਿੱਚ ਲਿਆਉਂਦਾ ਹੈ। ਸਾਡੀ ਧਰਤੀ ਦਾ ਲਗਭਗ 29% ਹਿੱਸਾ ਜ਼ਮੀਨ ਹੈ ਅਤੇ 71% ਜੋ ਹਿੱਸਾ ਹੈ ਉਹ ਪਾਣੀ ਹੈ। ਤਾਂ ਇਹ 29% ਭੂਮੀ ਜਾਂ ਜ਼ਮੀਨ ਅੱਗੋਂ ਕਈ ਧਰਾਤਲ ਵਰਗਾਂ ਦੇ ਵਿੱਚ ਪਹਾੜ, ਪਠਾਰ ਅਤੇ ਮੈਦਾਨਾਂ ਦੇ ਵਿੱਚ ਵੰਡੀ ਹੋਈ ਹੈ। ਭੂਮੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਜੰਗਲਾਂ ਹੇਠ ਭੂਮੀ ਦੀ ਵੰਡ ਜੋ ਹੈ ਉਹ ਹੇਠ ਲਿਖੇ ਤਰੀਕੇ ਦੇ ਨਾਲ ਕੀਤੀ ਗਈ ਹੈ। ਜੰਗਲਾਂ ਹੇਠ ਭੂਮੀ, ਬਿਜਾਈ ਹੇਠ ਭੂਮੀ, ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ, ਖੇਤੀਯੋਗ ਭੂਮੀ, ਚਰਾਗਾਹਾਂ ਹੇਠ ਜਾਂ ਦਰਖਤਾਂ ਹੇਠ ਭੂਮੀ। ਤਾਂ ਇਸ ਤਰ੍ਹਾਂ ਭੂਮੀ ਦੀ ਵੰਡ ਹੈ ਜੋ ਇਹਨਾਂ ਹਿੱਸਿਆਂ ਦੇ ਵਿੱਚ ਉਹ ਕੀਤੀ ਗਈ ਹੈ। ਸੈਕਿੰਡ ਪੁਆਇੰਟ ਅਸੀਂ ਪੜਾਂਗੇ ਮਿੱਟੀ ਸਾਧਨ। ਪੌਦਿਆਂ ਦੇ ਉੱਗਣ ਅਤੇ ਵਾਧੇ ਦੇ ਵਾਸਤੇ ਮਿੱਟੀ ਬਹੁਤ ਹੀ ਮਹੱਤਵਪੂਰਨ ਸਾਧਨ ਹੁੰਦਾ ਹੈ। ਇਸ ਵਿੱਚ ਨਵਿਆਉਣਯੋਗ ਅਤੇ ਅਜੈਵਿਕ ਸਾਧਨ ਹਨ ਜਿਸ ਨੂੰ ਰੂੜੀ ਅਤੇ ਖਾਦਾਂ ਦੁਆਰਾ ਤਾਕਤਵਰ ਬਣਾਇਆ ਜਾ ਸਕਦਾ ਹੈ। ਮਿੱਟੀ ਦੀ ਰਚਨਾ ਲਗਾਤਾਰ ਹੁੰਦੀ ਰਹਿੰਦੀ ਹੈ। ਮਿੱਟੀ ਦੀ ਰਚਨਾ ਦੇ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਇਹਨਾਂ ਤੱਤਾਂ ਦੇ ਵਿੱਚ ਮੂਲ, ਚੱਟਾਨ, ਜਲਵਾਯੂ, ਪੌਦੇ ਅਤੇ ਹੋਰ ਜੀਵ ਆਦਿ ਵੀ ਪ੍ਰਮੁੱਖ ਹੁੰਦੇ ਹਨ। ਮਿੱਟੀ ਦੀਆਂ ਕਿਸਮਾਂ ਮਿੱਟੀ ਹੇਠਾਂ ਲਿਖੇ ਪ੍ਰਕਾਰ ਦੀ ਹੁੰਦੀ ਹੈ। ਜਲੋੜ ਮਿੱਟੀ, ਮਾਰੂਥਲੀ ਮਿੱਟੀ, ਲੈਟਰਾਈਟ ਮਿੱਟੀ, ਕਾਲੀ ਮਿੱਟੀ, ਲਾਲ ਮਿੱਟੀ ਅਤੇ ਜੰਗਲੀ ਪਰਬਤੀ ਮਿੱਟੀ। ਫਸਟ ਪੁਆਇੰਟ ਹੈ ਤੁਹਾਡਾ ਕਾਲੀ ਮਿੱਟੀ। ਇਸ ਨੂੰ ਰੈਗੂਰ ਜਾਂ ਕਪਾਹੀ ਮਿੱਟੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਕਿਸਮ ਦੀ ਮਿੱਟੀ ਕਪਾਹ ਦੀ ਖੇਤੀ ਦੇ ਲਈ ਬਹੁਤ ਢੁਕਵੀਂ ਹੁੰਦੀ ਹੈ। ਕਾਲੀ ਮਿੱਟੀ ਅਗਨੀ ਚੱਟਾਨਾਂ ਤੋਂ ਮਿਲ ਕੇ ਬਣਦੀ ਹੈ ਅਤੇ ਕਪਾਹ ਮਿੱਟੀ ਕਣਕ, ਜਵਾਰ, ਅਲਸੀ, ਤੰਬਾਕੂ, ਸੂਰਜਮੁਖੀ ਆਦਿ ਫਸਲਾਂ ਦੇ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਲਾਲ ਮਿੱਟੀ ਦੇਸ਼ ਦੇ ਕੁੱਲ ਰਕਬੇ ਦੇ 10.6% ਹਿੱਸੇ 'ਤੇ ਮਿਲਦੀ ਹੈ। ਇਸ ਮਿੱਟੀ ਦਾ ਨਾਂ ਇਸ ਦੇ ਰੰਗ ਕਰਕੇ ਹੀ ਪਿਆ ਹੈ ਅਤੇ ਇਸ ਮਿੱਟੀ ਦੇ ਵਿੱਚ ਚੂਨਾ, ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ ਅਤੇ ਜੈਵਿਕ ਆਦਿ ਤੱਤ ਜੋ ਪਾਏ ਜਾਂਦੇ ਹਨ ਅਤੇ ਇਹ ਮਿੱਟੀ ਫਸਲਾਂ ਉਗਾਉਣ ਦੇ ਪੱਖ ਤੋਂ ਬਹੁਤ ਹੀ ਉਪਜਾਊ ਜੋ ਹੈ ਉਹ ਜ਼ਿਆਦਾ ਨਹੀਂ ਹੁੰਦੀ। ਇਹ ਜ਼ਿਆਦਾ ਮਿੱਟੀ ਜੋ ਹੈ ਉਹ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਉੜੀਸਾ, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਰਾਜਸਥਾਨ ਆਦਿ ਜਗ੍ਹਾ ਦੇ ਵਿੱਚ ਪਾਈ ਜਾਂਦੀ ਹੈ। ਲੈਟਰਾਈਟ ਮਿੱਟੀ ਇਹ ਮਿੱਟੀ 90 ਤੋਂ 100% ਤੱਕ ਲੋਹ ਤੱਤ ਐਲੂਮੀਨੀਅਮ, ਟਾਈਟੇਨੀਅਮ ਅਤੇ ਮੈਗਨੀਜ਼ੀਅਮ ਅਤੇ ਆਕਸਾਈਡ ਤੋਂ ਬਣੀ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇਸ ਕਿਸਮ ਦੀ ਮਿੱਟੀ ਉੱਚੇ ਤਾਪਮਾਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਦੇ ਵਿੱਚ ਪਾਈ ਜਾਂਦੀ ਹੈ। ਇਹ ਮਿੱਟੀ ਜ਼ਿਆਦਾਤਰ ਆਂਧਰਾ ਪ੍ਰਦੇਸ਼, ਉੜੀਸਾ, ਬਿਹਾਰ, ਕਰਨਾਟਕ, ਬੰਗਾਲ, ਕੇਰਲ, ਝਾਰਖੰਡ ਅਤੇ ਅਸਾਮ ਦੇ ਕੁਝ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਦੀ ਮਿੱਟੀ ਜੋ ਹੈ ਉਹ ਪਾਈ ਜਾਂਦੀ ਹੈ। ਜੰਗਲੀ ਅਤੇ ਪਰਬਤੀ ਮਿੱਟੀ ਜੰਗਲਾਂ ਅਤੇ ਪਰਬਤੀ ਢਲਾਣਾਂ 'ਤੇ ਮਿਲਦੀ ਹੈ। ਇਸ ਤਰ੍ਹਾਂ ਦੀਆਂ ਮਿੱਟੀਆਂ ਦੇ ਵਿੱਚ ਜੈਵਿਕ ਮਾਦਾ ਜ਼ਿਆਦਾ ਹੁੰਦਾ ਹੈ। ਪੂਰਬੀ ਅਤੇ ਪੱਛਮੀ ਘਾਟਾਂ 'ਤੇ ਵੀ ਇਸ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ। ਇਸ ਮਿੱਟੀ ਦੇ ਵਿੱਚ ਪੋਟਾਸ਼ ਅਤੇ ਫਾਸਫੋਰਸ ਅਤੇ ਚੂਨੇ ਦੀ ਕਮੀ ਹੁੰਦੀ ਹੈ ਅਤੇ ਫਸਲਾਂ ਪੈਦਾ ਕਰਨ ਦੇ ਲਈ ਖਾਦਾਂ ਦੀ ਜ਼ਿਆਦਾ ਲੋੜ ਹੁੰਦੀ ਹੈ। ਮਾਰੂਥਲੀ ਮਿੱਟੀ ਜ਼ਿਆਦਾਤਰ ਜੋ ਹੈ ਉਹ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਦੇ ਵਿੱਚ ਮਿਲਦੀ ਹੈ।
ਗੁਜਰਾਤ ਦਾ ਕੁਝ ਇਲਾਕਾ ਵੀ ਮਾਰੂਥਲੀ ਮਿੱਟੀ ਦੇ ਹੇਠ ਆਉਂਦਾ ਹੈ। ਇਹ ਮਿੱਟੀ ਦੇਸ਼ ਦੀ ਭੂਮੀ ਦੇ ਕੁੱਲ ਰਕਬੇ ਦਾ ਲਗਭਗ 4.3 ਹਿੱਸਾ ਜੋ ਹੈ। ਇਸ ਮਿੱਟੀ ਦੇ ਵਿੱਚ ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ। ਪਾਣੀ ਜਲਦੀ ਦੇ ਨਾਲ ਹੇਠਾਂ ਨੂੰ ਚਲਾ ਜਾਂਦਾ ਹੈ। ਇਸ ਕਰਕੇ ਇਸ ਤਰ੍ਹਾਂ ਦੀ ਮਿੱਟੀ ਦੇ ਵਿੱਚ ਜ਼ਿਆਦਾ ਪਾਣੀ ਦੀ ਜ਼ਰੂਰਤ ਵਾਲੀਆਂ ਫਸਲਾਂ ਨੇ ਨਹੀਂ ਉਗਾਈਆਂ ਜਾ ਸਕਦੀਆਂ। ਜੌਂ, ਬਾਜਰਾ, ਮੱਕੀ ਅਤੇ ਦਾਲਾਂ ਆਦਿ ਦੀ ਖੇਤੀ ਹੀ ਕੀਤੀ ਜਾ ਸਕਦੀ ਹੈ। ਮਿੱਟੀ ਸਾਧਨ ਨਾਲ ਸੰਬੰਧਿਤ ਸਮੱਸਿਆਵਾਂ। ਮਿੱਟੀ ਇੱਕ ਅਜਿਹਾ ਸਾਧਨ ਹੈ ਜਿਸ ਤੋਂ ਬਿਨਾਂ ਮਨੁੱਖ ਦਾ ਜੀਵਨ ਜੋ ਅਧੂਰਾ ਹੈ। ਇਸ ਦਾ ਸਾਰਾ ਖਾਣ ਪੀਣ ਮਿੱਟੀ 'ਤੇ ਹੀ ਨਿਰਭਰ ਕਰਦਾ ਹੈ। ਖੇਤੀਬਾੜੀ ਵਾਸਤੇ ਮਿੱਟੀ ਉਪਜਾਊ ਹੋਣੀ ਚਾਹੀਦੀ ਹੈ। ਉਪਜਾਊਪਣ ਬਰਾਬਰ ਨਹੀਂ ਰਹਿੰਦਾ। ਇਸ ਦੇ ਕਾਰਨ ਹੀ ਮਿੱਟੀ ਸਾਧਨ ਵਿੱਚ ਪੇਸ਼ ਆਉਂਦੀਆਂ ਸਮੱਸਿਆਵਾਂ ਹਨ। ਮਿੱਟੀ ਦੇ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਨੇ ਜੋ ਉਹ ਹੇਠਾਂ ਦਿੱਤੀਆਂ ਹਨ, ਜਿੱਦਾਂ ਮਿੱਟੀ ਦਾ ਖੁਰ ਜਾਣਾ, ਮਿੱਟੀ ਦੀ ਉਪਜਾਊ ਸ਼ਕਤੀ ਦਾ ਘੱਟ ਜਾਣਾ, ਮਿੱਟੀ ਦਾ ਰੇਤਲਾਪਨ, ਸੇਮ ਦੀ ਸਮੱਸਿਆ, ਮਿੱਟੀ ਦੇ ਵਿੱਚ ਤੇਜ਼ਾਬੀਪਨ ਪਾਇਆ ਜਾਣਾ, ਮਿੱਟੀ ਦੀ ਸਮਰੱਥਾ ਦੀ ਵੱਧ ਤੋਂ ਵੱਧ ਵਰਤੋਂ ਕਰਨੀ, ਮਿੱਟੀ ਤੇ ਪਾਣੀ ਦਾ ਖੜਾ ਰਹਿਣਾ ਆਦਿ। ਮਿੱਟੀ ਦੀ ਸਾਂਭ ਸੰਭਾਲ। ਮਿੱਟੀ ਸਾਧਨ ਦੀ ਮਹੱਤਤਾ ਨੂੰ ਦੇਖਦੇ ਹੋਏ ਸਾਨੂੰ ਵਡਮੁੱਲੇ ਸਾਧਨ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਇਸ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੱਢਣਾ ਚਾਹੀਦਾ ਹੈ ਤੇ ਮਿੱਟੀ ਨੂੰ ਖੁਰਨ ਤੋਂ ਬਚਾਉਣਾ ਚਾਹੀਦਾ ਹੈ। ਪਹਾੜਾਂ ਦੀਆਂ ਢਲਾਣਾਂ ਉੱਤੇ ਰੁੱਖ ਅਤੇ ਪੌਦੇ ਲਾਉਣੇ ਚਾਹੀਦੇ ਹਨ ਜੋ ਪਾਣੀ ਦੀ ਤੇਜ਼ ਝਾਲ ਨੂੰ ਰੋਕਿਆ ਜਾਵੇ। ਵਾਧੂ ਪਾਣੀ ਦਾ ਨਿਕਾਸ ਕਰਕੇ ਮਿੱਟੀ ਦੀ ਸੇਮ ਦੀ ਸਮੱਸਿਆ ਤੋਂ ਮੁਕਤ ਕਰਾਉਣਾ ਚਾਹੀਦਾ ਹੈ। ਹੜ੍ਹਾਂ ਨੂੰ ਨਦੀਆਂ ਤੇ ਬੰਨ੍ਹ ਬਣਾ ਕੇ ਰੋਕਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਸਾਨੂੰ ਮਿੱਟੀ ਦੀ ਸਾਂਭ ਸੰਭਾਲ ਹੈ ਜੋ ਉਹ ਕਰਨੀ ਚਾਹੀਦੀ ਹੈ। ਪਾਣੀ ਸਾਧਨ। ਪਾਣੀ ਇੱਕ ਬਹੁਤ ਹੀ ਕੀਮਤੀ ਅਤੇ ਮਹੱਤਵਪੂਰਨ ਸਾਧਨ ਹੈ। ਧਰਤੀ ਉੱਪਰ ਜੇਕਰ ਜੀਵਨ ਹੈ ਤਾਂ ਇਹ ਪਾਣੀ ਦੀ ਹੋਂਦ ਕਰਕੇ ਹੀ ਹੈ। ਪਾਣੀ ਸਾਧਨ ਦਾ ਕੋਈ ਬਦਲਵਾਂ ਹੱਲ ਨਹੀਂ ਹੈ। ਪਾਣੀ ਮਨੁੱਖ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਪਾਣੀ ਪੀਣ ਦੇ ਨਾਲ ਨਾਲ ਨਹਾਉਣ, ਧੋਣ, ਖੇਤੀ, ਉਦਯੋਗ ਅਤੇ ਕਈ ਹੋਰ ਕਿਰਿਆਵਾਂ ਦੇ ਵਿੱਚ ਵੀ ਉਪਯੋਗ ਹੁੰਦਾ ਹੈ। ਧਰਤੀ ਦਾ 71% ਹਿੱਸਾ ਪਾਣੀ ਹੀ ਹੈ। ਧਰਤੀ ਨੂੰ ਪਾਣੀ ਗ੍ਰਹਿ ਵੀ ਆਖਿਆ ਜਾਂਦਾ ਹੈ। ਸੰਸਾਰ ਦੇ ਵਿੱਚ ਪਾਣੀ। ਖੇਤੀਬਾੜੀ ਵਾਸਤੇ ਲਗਭਗ 93.37% ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪਾਣੀ ਦੇ ਮੁੱਖ ਸੋਮੇ ਕਿਹੜੇ ਹਨ, ਅਰਥਾਤ ਪਾਣੀ ਕਿਹਨਾਂ ਤੋਂ ਪ੍ਰਾਪਤ ਹੁੰਦਾ ਹੈ? ਵਰਖਾ, ਨਦੀਆਂ, ਦਰਿਆ, ਨਹਿਰਾਂ, ਤਲਾਬ, ਧਰਤੀ ਦਾ ਹੇਠਲਾ ਪਾਣੀ। ਇਹ ਪਾਣੀ ਦੇ ਮਹੱਤਵਪੂਰਨ ਸੋਮੇ ਹਨ ਜਿਨ੍ਹਾਂ ਤੋਂ ਸਾਨੂੰ ਪਾਣੀ ਪ੍ਰਾਪਤ ਹੁੰਦਾ ਹੈ। ਪਾਣੀ ਦੀ ਸਾਂਭ ਸੰਭਾਲ। ਬੱਚਿਓ, ਸਾਨੂੰ ਪਾਣੀ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਇਸ ਦੀ ਸੋਚ ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪਾਣੀ ਨੂੰ ਲੋੜ ਤੋਂ ਜ਼ਿਆਦਾ ਨਾ ਵਰਤਿਆ ਜਾਵੇ। ਸਿੰਚਾਈ ਲੋੜ ਅਨੁਸਾਰ ਹੀ ਕੀਤੀ ਜਾਵੇ। ਸਿੰਚਾਈ ਦੇ ਲਈ ਨਵੇਂ ਤਰੀਕੇ, ਫੁਹਾਰੇ ਆਦਿ ਦੀ ਵਰਤੋਂ ਕੀਤੀ ਜਾਵੇ। ਵਰਖਾ ਦੇ ਪਾਣੀ ਨੂੰ ਬੰਨ੍ਹ ਬਣਾ ਕੇ ਜਮ੍ਹਾਂ ਕਰਕੇ ਇਸ ਨੂੰ ਬਾਅਦ ਵਿੱਚ ਵਰਤਿਆ ਜਾ ਸਕਦਾ ਹੈ। ਵਰਖਾ ਦੇ ਪਾਣੀ ਨੂੰ ਜ਼ਮੀਨੀ ਬੋਰਾਂ ਦੇ ਰਾਹੀਂ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਵਾਸਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਲੋੜ ਪੈਣ 'ਤੇ ਪਾਣੀ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ। ਸੀਵਰੇਜ ਦਾ ਪਾਣੀ ਸਾਫ਼ ਕਰਕੇ ਸਿੰਚਾਈ ਲਈ ਵੀ ਵਰਤਿਆ ਜਾ ਸਕਦਾ ਹੈ। ਮੁੱਕਦੀ ਗੱਲ ਇਹ ਹੈ ਕਿ ਸਾਨੂੰ ਪਾਣੀ ਦਾ ਇਸਤੇਮਾਲ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਧਰਤੀ ਉੱਪਰਲੇ ਜੀਵਾਂ ਅਤੇ ਪੌਦਿਆਂ ਨੂੰ ਪਾਣੀ ਦੀ ਘਾਟ ਦਾ ਕੋਈ ਖਤਰਾ ਪੈਦਾ ਨਾ ਹੋਵੇ। ਕੁਦਰਤੀ ਬਨਸਪਤੀ, ਨੈਚੁਰਲ ਵੈਜੀਟੇਸ਼ਨ। ਕੁਦਰਤੀ ਬਨਸਪਤੀ ਕੁਦਰਤ ਦੀ ਦੇਣ ਹੈ ਅਤੇ ਨਵਿਆਉਣਯੋਗ ਸਾਧਨਾਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੈ। ਕੁਦਰਤੀ ਬਨਸਪਤੀ ਜਲਵਾਯੂ, ਮਿੱਟੀ ਅਤੇ ਜੈਵਿਕ ਤੱਤ 'ਤੇ ਨਿਰਭਰ ਕਰਦੀ ਹੈ। ਇਹਨਾਂ ਤੱਤਾਂ ਵਿੱਚੋਂ ਜਲਵਾਯੂ ਸਭ ਤੋਂ ਮਹੱਤਵਪੂਰਨ ਹੈ। ਜਲਵਾਯੂ ਮੁੱਖ ਤੌਰ 'ਤੇ ਨਮੀ ਅਤੇ ਤਾਪਮਾਨ ਦਾ ਸੁਮੇਲ ਹੈ। ਬਨਸਪਤੀ ਦਾ ਵਿਕਾਸ ਤਾਪਮਾਨ ਅਤੇ ਨਮੀ ਕਰਕੇ ਹੀ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਜ਼ਿਆਦਾ ਵਰਖਾ ਅਤੇ ਉੱਚੇ ਤਾਪਮਾਨ ਵਾਲੇ ਇਲਾਕਿਆਂ ਦੇ ਵਿੱਚ ਭੂਮੱਧ ਰੇਖੀ ਜੰਗਲਾਂ ਵਰਗੇ ਬਹੁਤ ਹੀ ਸੰਘਣੇ ਜੰਗਲ ਮਿਲਦੇ ਹਨ। ਬਨਸਪਤੀ ਦੀ ਕਿਸਮ ਮੁੱਖ ਤੌਰ 'ਤੇ ਮਿੱਟੀ, ਜਲਵਾਯੂ, ਕਿਸਮ ਅਤੇ ਸਥਾਨ ਦੀ ਸਮੁੰਦਰੀ ਤਲ ਤੋਂ ਉਚਾਈ 'ਤੇ ਵੀ ਨਿਰਭਰ ਕਰਦੀ ਹੈ। ਕੁਦਰਤੀ ਬਨਸਪਤੀ ਹੇਠਾਂ ਲਿਖੇ ਭਾਗਾਂ ਵਿੱਚ ਵੰਡੀ ਜਾਂਦੀ ਹੈ। ਸਦਾਬਹਾਰ ਜੰਗਲ, ਪਤਝੜੀ ਜੰਗਲ, ਮਾਰੂਥਲੀ ਜਾਂ ਖੁਸ਼ਕ ਜੰਗਲ, ਪਰਬਤੀ ਜਾਂ ਡੈਲਟਾਈ ਜੰਗਲ। ਸਦਾਬਹਾਰ ਬਨਸਪਤੀ ਜਾਂ ਜੰਗਲ ਸਾਰਾ ਸਾਲ ਹੀ ਹਰੇ ਰਹਿੰਦੇ ਹਨ। ਇਹਨਾਂ ਦੇ ਪੱਤੇ ਪੂਰੀ ਤਰ੍ਹਾਂ ਨਾਲ ਨਹੀਂ ਝੜਦੇ। ਇਸ ਤਰ੍ਹਾਂ ਦੀ ਬਨਸਪਤੀ ਜ਼ਿਆਦਾ ਵਰਖਾ 200 ਸੈਂਟੀਮੀਟਰ ਵਾਲੇ ਖੇਤਰਾਂ ਦੇ ਵਿੱਚ ਹੁੰਦੇ ਹਨ। ਇਹ ਜ਼ਿਆਦਾਤਰ ਬੰਗਾਲ ਅਤੇ ਅਸਾਮ ਅਤੇ ਉੱਤਰ ਪੂਰਬ ਇਲਾਕਿਆਂ ਦੇ ਵਿੱਚ ਜ਼ਿਆਦਾ ਪਾਏ ਜਾਂਦੇ ਹਨ। ਪਤਝੜੀ ਜੰਗਲ ਉਹ ਹੁੰਦੇ ਹਨ ਜਿਨ੍ਹਾਂ ਦੇ ਦਰੱਖਤਾਂ ਦੇ ਪੱਤੇ ਇੱਕ ਮੌਸਮ ਵਿੱਚ ਹੀ ਝੜ ਜਾਂਦੇ ਹਨ ਅਤੇ ਲੱਕੜ ਦੀ ਪ੍ਰਾਪਤੀ ਦੇ ਪੱਖੋਂ ਇਹ ਜੰਗਲ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ। ਇਹ ਜੰਗਲਾਂ ਤੋਂ ਸਾਨੂੰ ਮੁੱਖ ਤੌਰ 'ਤੇ ਸਾਲ, ਟੀਕ, ਬਾਂਸ, ਟਾਹਲੀ ਅਤੇ ਖੈਰ ਕਿਸਮ ਦੀ ਲੱਕੜੀ ਜੋ ਮਿਲਦੀ ਹੈ। ਮਾਰੂਥਲੀ ਜੰਗਲ 'ਚ ਵਰਖਾ ਬਹੁਤ ਘੱਟ ਹੁੰਦੀ ਹੈ। ਘੱਟ ਵਰਖਾ ਹੋਣ ਦੇ ਕਾਰਨ ਇੱਥੇ ਵਿਰਲੀ ਕਿਸਮ ਦੀ ਬਨਸਪਤੀ ਪਾਈ ਜਾਂਦੀ ਹੈ। ਇਹ ਜ਼ਿਆਦਾਤਰ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਦੇ ਵਿੱਚ ਪਾਏ ਜਾਂਦੇ ਹਨ। ਪਰਬਤੀ ਬਨਸਪਤੀ ਸਾਨੂੰ ਪਰਬਤਾਂ ਦੀਆਂ ਢਲਾਣਾਂ 'ਤੇ ਮਿਲਦੀ ਹੈ। ਅਸਾਮ ਤੋਂ ਲੈ ਕੇ ਕਸ਼ਮੀਰ ਤੱਕ ਦੇ ਇਲਾਕਿਆਂ ਦੀਆਂ ਢਲਾਣਾਂ ਅਨੇਕਾਂ ਹੀ ਪ੍ਰਕਾਰ ਦੀਆਂ ਦਰੱਖਤਾਂ ਦੇ ਨਾਲ ਭਰੀਆਂ ਹੋਈਆਂ ਹਨ। ਇਹਨਾਂ ਦਰੱਖਤਾਂ ਦੀ ਲੱਕੜ ਵਰਤੋਂ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ, ਜਿਵੇਂ ਚੀਲ, ਫਰ, ਦਿਓਦਾਰ, ਓਕ, ਅਖਰੋਟ, ਮੈਪਲ, ਪਪੂਲਰ ਆਦਿ। ਇਹ ਲੱਕੜ ਜ਼ਿਆਦਾਤਰ ਇਮਾਰਤਾਂ, ਰੇਲਾਂ ਦੇ ਡੱਬੇ ਬਣਾਉਣ, ਮਾਚਿਸ
ਅਤੇ ਵਧੀਆ ਕਿਸਮ ਦੇ ਫਰਨੀਚਰ ਬਣਾਉਣ ਦੇ ਵਿੱਚ ਕੰਮ ਆਉਂਦੀ ਹੈ। ਡੈਲਟਾ ਕਿਸਮ ਦੀ ਬਨਸਪਤੀ ਸਮੁੰਦਰ ਦੇ ਕੰਢਿਆਂ ਦੇ ਨੇੜੇ ਮਿਲਦੀ ਹੈ। ਦਰਿਆ ਸਮੁੰਦਰ ਦੇ ਵਿੱਚ ਦਾਖਲ ਹੋਣ ਤੇ ਡੈਲਟਾ ਦਾ ਨਿਰਮਾਣ ਹੁੰਦਾ ਹੈ। ਕੁਦਰਤੀ ਬਨਸਪਤੀ ਮਨੁੱਖ ਦੀਆਂ ਅਣਗਿਣਤਾਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਬਾਲਣ ਅਤੇ ਇਮਾਰਤੀ ਲੱਕੜੀ ਤੋਂ ਇਲਾਵਾ ਕਾਗਜ਼, ਗੂੰਦ, ਬਰੋਜ਼ਾ, ਤਾਰਪੀਨ ਆਦਿ ਦਵਾਈਆਂ, ਜੋ ਕਈ ਕਿਸਮ ਦੀਆਂ ਦਵਾਈਆਂ, ਜੜੀਆਂ ਬੂਟੀਆਂ ਤੇ ਫਲ, ਇਹ ਸਾਨੂੰ ਜੰਗਲਾਂ ਤੋਂ ਹੀ ਪ੍ਰਾਪਤ ਹੁੰਦੇ ਹਨ। ਜੰਗਲੀ ਜੀਵ, ਜੋ ਜੀਵ ਜੰਗਲਾਂ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਜੰਗਲੀ ਜੀਵ ਕਹਿੰਦੇ ਹਨ। ਇਹਨਾਂ ਜੀਵਾਂ ਦਾ ਕੁਦਰਤੀ ਘਰ ਮੰਨਿਆ ਜਾਂਦਾ ਹੈ। ਇਹ ਜੀਵ ਜਾਨਵਰ, ਪੰਛੀ, ਕੀਟ ਪਤੰਗੇ ਹੁੰਦੇ ਹਨ। ਸੰਸਾਰ ਦੇ ਵੱਡੇ ਵੱਡੇ ਜੰਗਲ ਅਤੇ ਘਾਹ ਦੇ ਮੈਦਾਨ ਵਿੱਚ ਬਹੁਤ ਸਾਰੇ ਜੀਵ ਮਿਲਦੇ ਹਨ। ਭਾਰਤ ਵਿੱਚ ਲਗਭਗ 80,000 ਤੋਂ ਵੱਧ ਕਿਸਮ ਦੇ ਜਾਨਵਰ ਮਿਲਦੇ ਹਨ। ਇਹਨਾਂ ਜਾਨਵਰਾਂ ਦੇ ਵਿੱਚ ਹਾਥੀ, ਸ਼ੇਰ, ਚੀਤਾ, ਗੈਂਡਾ, ਭਾਲੂ, ਯਾਕ, ਨੀਲ ਗਾਂ, ਗਿੱਦੜ, ਲੂੰਬੜ ਆਦਿ ਵਗੈਰਾ ਹੁੰਦੇ ਹਨ। ਜੰਗਲੀ ਜੀਵਾਂ ਦੀ ਬਚ ਬਚਾਅ ਅਤੇ ਸਾਂਭ ਸੰਭਾਲ, ਸਾਨੂੰ ਜੰਗਲੀ ਜੀਵਾਂ ਦੀ ਜੋ ਸਾਂਭ ਸੰਭਾਲ ਹੈ ਉਹ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਮਨੁੱਖ ਸ਼ੁਰੂ ਤੋਂ ਹੀ ਬਹੁਤ ਸਾਰੇ ਜਾਨਵਰ, ਪੰਛੀਆਂ ਦਾ ਸ਼ਿਕਾਰ ਕਰਦਾ ਆ ਰਿਹਾ ਹੈ। ਸ਼ਾਇਦ ਪੁਰਾਣੇ ਸਮੇਂ ਵੇਲੇ ਮਨੁੱਖ ਦੇ ਭੋਜਨ ਵਾਸਤੇ ਇਹਨਾਂ ਨੂੰ ਮਾਰਨਾ ਜ਼ਰੂਰੀ ਸੀ, ਪਰੰਤੂ ਅੱਜ ਦੇ ਮਨੁੱਖ ਕੋਲ ਤਾਂ ਇਹਨਾਂ ਅਨੇਕਾਂ ਪ੍ਰਕਾਰ ਦੇ ਪਦਾਰਥ ਖਾਣ ਵਾਸਤੇ ਮੌਜੂਦ ਹਨ। ਇਸ ਲਈ ਮਨੁੱਖਾਂ ਦਾ ਜਾਨਵਰਾਂ ਅਤੇ ਪੰਛੀਆਂ ਨੂੰ ਮਾਰਨਾ ਸ਼ੋਭਦਾ ਨਹੀਂ ਹੈ। ਜਾਨਵਰਾਂ ਦੀਆਂ ਕਈ ਕਿਸਮਾਂ ਤਾਂ ਹੁਣ ਤੱਕ ਖਤਮ ਹੋ ਚੁੱਕੀਆਂ ਹਨ। ਕਈ ਹੋਰ ਖਤਮ ਹੋਣ ਦੇ ਕੰਢੇ ਤੇ ਹਨ। ਇਸ ਤਰ੍ਹਾਂ ਸਾਨੂੰ ਜਾਨਵਰਾਂ ਨੂੰ ਮਾਰਨ ਤੋਂ ਹਟ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਬਚਾ ਕੇ ਰੱਖਣਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਜੰਗਲ, ਜੋ ਕਿ ਜੰਗਲੀ ਜੀਵਾਂ ਅਤੇ ਪੰਛੀਆਂ ਦਾ ਘਰ ਹਨ, ਨਾ ਕੱਟੇ ਜਾਣ। ਸਰਕਾਰ ਨੂੰ ਚਾਹੀਦਾ ਹੈ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਲਈ ਬਣਾਏ ਕਾਨੂੰਨਾਂ ਨੂੰ ਸਖਤੀ ਦੇ ਨਾਲ ਲਾਗੂ ਕੀਤੇ ਜਾਣ। ਇਸ ਤਰ੍ਹਾਂ ਬੱਚੇ ਨੀਚੇ ਕੁਝ ਰਿਮੈਂਬਰਿੰਗਸ ਪੁਆਇੰਟ ਦਿੱਤੇ ਹੋਏ ਨੇ, ਇਹ ਤੁਸੀਂ ਨੇ ਚੰਗੀ ਤਰ੍ਹਾਂ ਨਾਲ ਇਹ ਯਾਦ ਕਰਨੇ ਹਨ।